ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਬਾਬਾ ਸ਼੍ਰੀ ਚੰਦ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ, ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਭਾਈ ਕਮਲੀਆ ਜੀ ਜਦੋਂ ਬਾਬਾ ਸ਼੍ਰੀ ਚੰਦ ਨੇ ਬਾਹਰ ਆਪਣੇ ਮੋਢਿਆਂ 'ਤੇ ਚੁੱਕ ਕੇ ਸੈਰ ਲੈ ਕੇ ਇੱਧਰ ਉੱਧਰ ਖੇਤਾਂ 'ਚ ਘੁੰਮਦੇ ਹੁੰਦੇ ਸੀ, ਅਤੇ ਇੱਕ ਦਿਨ ਭਾਈ ਕਮਲੀਆ ਜੀ ਬਾਬਾ ਸ਼੍ਰੀ ਚੰਦ ਜੀ ਨੂੰ ਆਪਣੇ ਮੋਢੇ 'ਤੇ ਬਿਠਾ ਕੇ ਕਿਤੇ ਜਾ ਰਹੇ ਸੀ। ਰਸਤੇ ਦੇ ਵਿੱਚ ਇੱਕ ਮੌਲਵੀ ਦੀਨ, ਇਹ ਜਿਹੜਾ ਮੌਲਵੀ ਨੂਰਦੀਨ ਸੀਗਾ ਹੈ ਨਾ, ਜਿਸ ਨੂੰ ਚੁਗਤਾ ਵੀ ਕਹਿੰਦੇ ਹੁੰਦੇ ਸੀ, ਇਹ ਰਸਤੇ ਵਿੱਚ ਮਿਲਿਆ। ਇਹਨੇ ਜਿਉਂ ਹੀ ਨਾ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕੀਤੇ, ਮਨ ਵਿੱਚ ਬੜਾ ਉਤਸ਼ਾਹ ਹੋਇਆ, ਅਤੇ ਇਹਨੇ ਸੁਣਿਆ ਵੀ ਸੀਗਾ ਕਿ ਬਾਬਾ ਸ਼੍ਰੀ ਚੰਦ ਜੀ ਜਿਹੜੇ ਆ ਇਹ ਬਹੁਤ ਸਿਆਣੀਆਂ ਗੱਲਾਂ ਕਰਦੇ ਆ, ਅਤੇ ਕੋਈ ਵੀ ਪੰਡਤ ਇਹਨਾਂ ਦੇ ਮੂਹਰੇ ਟਿਕ ਨਹੀਂ ਸਕਦਾ ਹੈਗਾ। ਇਸ ਕਰਕੇ ਜਦ ਇਹਨੇ ਬਾਬਾ ਸ਼੍ਰੀ ਚੰਦ ਜੀ ਨੂੰ ਇਸ ਨਜ਼ਰ ਨਾਲ ਤੱਕਿਆ ਹੈ ਨਾ, ਫਿਰ ਆਪਣੀ ਬਹਿੰਗੀ ਤੋਂ ਥੱਲੇ ਉਤਰ ਗਿਆ। ਜਦ ਇਹ ਆਪਣੀ ਜਿਹੜੀ ਪਾਲਕੀ, ਜਿਹੜੇ ਇਹਨੇ ਬੰਦਿਆਂ ਨੇ ਮੋਢਿਆਂ 'ਤੇ ਇਹਨੂੰ ਚੱਕਿਆ ਹੋਇਆ ਸੀਗਾ, ਪਾਲਕੀ ਦੇ ਵਿੱਚ ਬੈਠਾ ਸੀਗਾ, ਹੇਠਾਂ ਉਤਰਿਆ, ਅਤੇ ਉੱਥੇ ਹੋਰ ਵੀ ਜਿਹੜੇ ਹੈ ਨਾ ਆਲੇ ਦੁਆਲੇ ਲੋਕੀ ਬਾਬਾ ਸ਼੍ਰੀ ਚੰਦ ਨੂੰ ਦੇਖ ਰਹੇ ਸੀ। ਉਹਨਾਂ ਨੇ ਸਾਰਿਆਂ ਨੇ ਮੌਲਵੀ ਨੂਰਦੀਨ ਨੂੰ ਸਲਾਮ ਕੀਤੀ। ਜਦ ਸਲਾਮ ਕੀਤੀ ਅਤੇ ਮੌਲਵੀ ਨੂਰਦੀਨ ਨੇ ਜਿਹੜੇ ਪਾਲਕੀ ਦੇ ਕੋਲ ਆ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਆ ਕੇ ਥੋੜ੍ਹਾ ਸੀਸ ਝੁਕਾਇਆ ਅਤੇ ਕਹਿਣ ਲੱਗੇ ਵੀ ਮੇਰੇ ਮਨ ਦੇ ਵਿੱਚ ਕੋਈ ਪ੍ਰਸ਼ਨ ਹੋਇਆ। ਮੈਂ ਸੁਣਿਆ ਹੈ ਕਿ ਬਾਬੇ ਨਾਨਕ ਦਾ ਫਰਜ਼ੰਦ ਇਹ ਬਹੁਤ ਅਕਲ ਵਾਲਾ, ਬਹੁਤ ਸਿਆਣਾ ਹੈਗਾ। ਜਦ ਇੰਨੀ ਗੱਲ ਹੋਈ ਅਤੇ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਬਿਲਕੁਲ ਨਿਧੜਕ ਹੋਏ ਪੁੱਛਿਆ, ਹਾਂ ਦੱਸੋ ਮੌਲਵੀ ਜੀ ਕੀ ਪੁੱਛਣਾ ਹੈਗਾ। ਫਿਰ ਮੌਲਵੀ ਨੇ ਇਹ ਪੁੱਛਿਆ ਸੀਗਾ ਵੀ ਅਗਰ ਅੱਲਾ ਇੱਕ ਹੈਗਾ ਅਤੇ ਫਿਰ ਇੱਕ ਅੱਲਾ ਨੇ ਆਪਣੇ ਦੋ ਕਰਮ ਕਿਉਂ ਰੱਖੇ ਆ? ਉਹਨੂੰ ਕਿਉਂ ਅਸੀਂ ਆਖਦੇ ਹਾਂ ਕਿ ਉਹ ਰਾਮ ਹੈ ਅਤੇ ਰਹੀਮ ਹੈ? ਜਾਂ ਤਾਂ ਇਕੱਲਾ ਰਾਮ ਹੋਣਾ ਚਾਹੀਦਾ ਸੀ ਜਾਂ ਇਕੱਲਾ ਰਹੀਮ ਹੋਣਾ ਚਾਹੀਦਾ ਸੀਗਾ। ਇਸ ਕਰਕੇ ਇੱਕ ਨਦੀ ਦੇ ਦੋ ਕੰਢੇ ਕਿਉਂ ਹੈਗੇ? ਜਦ ਇੰਨੀ ਗੱਲ ਹੋਈ ਸੀ, ਫਿਰ ਬਾਬਾ ਸ਼੍ਰੀ ਚੰਦ ਜੀ ਮੁਸਕਰਾਏ ਸੀ। ਫਿਰ ਉਹ ਮੌਲਵੀ ਨੂੰ ਕਹਿਣ ਲੱਗੇ, ਦੇਖ ਮੌਲਵੀ, ਵੀ ਰਾਮ ਤਾਂ ਉਸ ਅੱਲਾ ਦਾ ਨਾਮ ਇਸ ਕਰਕੇ ਰੱਖਿਆ ਗਿਆ ਹੈ ਕਿ ਉਹ ਹਰੇਕ 'ਚ ਰਮਿਆ ਹੋਇਆ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ, ਜੜ ਚੇਤਨ ਹਰੇਕ ਦੇ ਵਿੱਚ ਉਹ ਰਮਿਆ ਪਿਆ ਹੈਗਾ। ਇਸ ਕਰਕੇ ਉਹਨੂੰ ਰਾਮ ਆਖਦੇ ਆ। ਅਤੇ ਰਹੀਮ ਨੂੰ ਇਸ ਕਰਕੇ ਆਖਦੇ ਕਿ ਅਸੀਂ ਜਿਹੜੇ ਪੁਰਾਣੀਆਂ ਹਮੇਸ਼ਾ ਭੁੱਲਣਹਾਰ ਹਾਂ, ਸਾਡੇ ਕੋਲ ਰੋਜ਼ ਭੁੱਲਾਂ ਹੋ ਜਾਂਦੀਆਂ, ਕਈ ਤਰ੍ਹਾਂ ਦੇ ਅਚੇਤ ਪਾਪ ਹੋ ਜਾਂਦੇ ਆ, ਕਈ ਜੀਵ ਸਾਡੇ ਪੈਰਾਂ ਦੇ ਥੱਲੇ ਮਰ ਜਾਂਦੇ, ਕਿ ਖਾਂਦਿਆਂ ਪੀਂਦਿਆਂ, ਕਿ ਵੈਸੇ ਹੀ ਜਿਹਨੂੰ ਸਾਡੇ ਚਿੱਤ ਚੇਤੇ ਨਹੀਂ ਹੁੰਦੇ, ਇਹੋ ਜਿਹੇ ਕਰਮ ਹੋ ਜਾਂਦੇ ਆ। ਅਤੇ ਇਹੋ ਜਿਹੇ ਕਰਮਾਂ ਕਰਕੇ ਅਸੀਂ ਪਾਪਾਂ ਦੇ ਭਾਗੀ ਹੋ ਜਾਂਦੇ ਹਾਂ। ਪਰ ਉਹ ਜਿਹੜਾ ਪਰਮਾਤਮਾ ਰਾਮ ਹੈਗਾ, ਰਮਿਆ ਹੋਇਆ ਹੈਗਾ, ਉਹ ਪਰਮਾਤਮਾ ਰਹਿਮ ਦਿਲ ਵੀ ਆ। ਉਹ ਸਾਡੇ ਕੀਤੇ ਹੋਏ ਇਹਨਾਂ ਕਰਮਾਂ ਦੇ ਜਿੰਨੇ ਵੀ ਪਾਪ ਆ ਹਨ, ਉਹਨਾਂ ਨੂੰ ਨਹੀਂ ਤੱਕਦਾ, ਅਤੇ ਸਾਨੂੰ ਇਹੋ ਜਿਹੇ ਅਚੇਤ ਪਾਪਾਂ ਤੋਂ ਬਖਸ਼ ਲੈਂਦਾ ਹੈ। ਇਸ ਕਰਕੇ ਉਹ ਰਹੀਮ ਹੈਗਾ। ਇਸ ਕਰਕੇ ਵਾਹਿਗੁਰੂ ਇੱਕੋ ਹੀ ਹੈ, ਜਿਵੇਂ ਨਦੀ ਤਾਂ ਇੱਕ ਹੈ ਪਰ ਕੰਢੇ ਉਹਦੇ ਦੋ ਹੈਗੇ ਆ। ਇਸ ਤਰ੍ਹਾਂ ਇੱਕ ਪਾਸੇ ਜਿਹੜੇ ਹੈਗੇ ਰਾਮ ਹੈ, ਦੂਸਰੇ ਪਾਸੇ ਰਹੀਮ ਹੈ। ਜਦ ਇਸ ਤਰ੍ਹਾਂ ਦੇ ਸੁੰਦਰ ਬਚਨ ਬਾਬਾ ਸ਼੍ਰੀ ਚੰਦ ਜੀ ਨੇ ਇਸ ਮੌਲਵੀ ਨੂਰਦੀਨ ਨਾਲ ਕੀਤੇ ਸੀਗੇ, ਅਤੇ ਇਹ ਜਿਹੜਾ ਮੌਲਵੀ ਨੂਰਦੀਨ ਚੁਗਤਾ ਸੀਗਾ ਨਾ, ਇਹ ਬੜਾ ਪ੍ਰਸੰਨ ਹੋਇਆ ਸੀ, ਔਰ ਇਸ ਨੇ ਬਿਨਾਂ ਕਿਸੇ ਝਿਜਕ ਤੋਂ, ਬਿਨਾਂ ਕਿਸੇ ਡਰ ਭਾਅ ਤੋਂ ਬਾਬਾ ਸ਼੍ਰੀ ਚੰਦ ਜੀ ਨੂੰ ਇਹਨੇ ਜਿਹੜਾ ਸੀ ਸਜਦਾ ਕੀਤਾ ਸੀਗਾ। ਉਸ ਤੋਂ ਬਾਅਦ ਫਿਰ ਮੌਲਵੀ ਨੂਰਦੀਨ ਬਾਬਾ ਸ਼੍ਰੀ ਚੰਦ ਜੀ ਦੇ ਗੁਣ ਗਾਉਂਦਾ ਉੱਥੋਂ ਚਲੇ ਗਿਆ, ਅਤੇ ਕਹਿਣ ਲੱਗਾ ਕਿ ਜਿਸ ਰਾਹਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਜਿਹੜੇ ਆ ਉਹ ਤੁਰੇ ਆ, ਉਹਨਾਂ ਰਾਹਾਂ ਦੇ ਉੱਤੇ ਉਹਨਾਂ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਜਾ ਰਹੇ ਆ। ਇਸ ਤਰ੍ਹਾਂ ਇੱਕ ਵਾਰੀ ਕੀ ਹੋਇਆ ਸੀਗਾ ਕਿ ਬਾਬਾ ਸ਼੍ਰੀ ਚੰਦ ਦੀ ਇਹੋ ਜਿਹੀ ਉਪਮਾ ਸੁਣ ਕੇ ਹੈ ਨਾ, ਦੂਰੋਂ ਦੂਰੋਂ ਲੋਕਾਂ ਦੀ ਭੀੜ ਬੜੀ ਆਉਣ ਲੱਗ ਪਈ ਸੀ। ਅਤੇ ਕਈ ਲੋਕ ਐਸੇ ਹੁੰਦੇ ਸੀ ਜਿਹੜੇ ਬਾਬਾ ਸ਼੍ਰੀ ਚੰਦ ਨੂੰ ਆਪਣੇ ਘਰਾਂ ਦੇ ਕੰਮਾਂ ਕਾਰਾਂ ਦੀਆਂ ਸਮੱਸਿਆ ਬਾਬਤ ਪੁੱਛਣ ਲੱਗ ਪਏ, ਅਤੇ ਕੋਈ ਕੁਛ ਪੁੱਛੇ, ਕੋਈ ਕੁਛ ਪੁੱਛੇ। ਪਹਿਲਾਂ ਤਾਂ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀ ਥੋੜ੍ਹੇ ਇਹਨਾਂ ਨੂੰ ਜਵਾਬ ਦਿੰਦੇ ਰਹੇ ਆ, ਪਰ ਜੋ ਮੂੰਹ ਬਚਨ ਬੋਲਦੀ ਸੀ ਸੱਤ ਹੋ ਜਾਂਦਾ ਸੀਗਾ। ਇਸ ਕਰਕੇ ਸੰਗਤ ਜਦ ਜ਼ਿਆਦਾ ਵਧੀ ਅਤੇ ਬਾਬਾ ਸ਼੍ਰੀ ਚੰਦ ਜੀ ਨੇ ਫਿਰ ਚੁੱਪ ਰਹਿਣਾ ਸੁਭਾਵਿਕ ਸਮਝਿਆ। ਜਦ ਚੁੱਪ ਰਹਿਣਾ ਸੁਭਾਵਿਕ ਸਮਝਿਆ ਅਤੇ ਫਿਰ ਭਾਈ ਕਮਲੀਆ ਜੀ ਨੇ ਬਾਬਾ ਸ਼੍ਰੀ ਚੰਦ ਨੂੰ ਪੁੱਛਿਆ ਕਿ ਪਹਿਲਾਂ ਤਾਂ ਤੁਸੀਂ ਇਹਨਾਂ ਲੋਕਾਂ ਦੇ ਜਵਾਬ ਦਿੰਦੇ ਸੀ, ਪਰ ਹੁਣ ਤੁਸੀਂ ਬਿਲਕੁਲ ਚੁੱਪ ਰਹਿਣ ਲੱਗ ਪਏ, ਦਾ ਕਾਰਨ ਕੀ ਆ? ਅਤੇ ਫਿਰ ਬਾਬਾ ਸ਼੍ਰੀ ਚੰਦ ਜੀ ਨੇ ਭਾਈ ਕਮਲੀਆ ਨੂੰ ਆਖਿਆ ਸੀ, ਕਹਿਣ ਲੱਗੇ, ਦੇਖ, ਇਹ ਜਿਹੜਾ ਸੰਸਾਰ ਵਾ, ਇਸ ਸੰਸਾਰ ਦੇ ਵਿੱਚ ਜੋ ਵੀ ਪ੍ਰਾਣੀ ਆਉਂਦਾ ਉਹ ਆਪਣੇ ਕੀਤੇ ਕਰਮਾਂ ਦਾ ਦੁੱਖ ਸੁੱਖ ਭੋਗਦਾ ਹੈਗਾ, ਅਤੇ ਫਿਰ ਆਪਾਂ ਉਹਨਾਂ ਦੇ ਦੁੱਖ ਸੁੱਖ ਵਿੱਚ ਕਿਉਂ ਦਖਲ ਦੇਈਏ? ਇਸ ਕਰਕੇ ਹਾਂ, ਅਗਰ ਕਿਸੇ ਨੇ ਆਪਣਾ ਦੁੱਖ ਸੁੱਖਾਂ 'ਚ ਬਦਲਣਾ ਹੈ ਤਾਂ ਭਾਈ ਉਹਦਾ ਇੱਕੋ ਹੀ ਮੱਤ ਤਰੀਕਾ, ਉਹ ਹੈ ਸੇਵਾ ਅਤੇ ਸਿਮਰਨ। ਸੇਵਾ ਅਤੇ ਸਿਮਰਨ ਕਰਕੇ ਕੋਈ ਵੀ ਪ੍ਰਾਣੀ ਆਪਣਾ ਜਿਹੜਾ ਜੀਵਨ ਹੈਗਾ
ਉਹ ਬਿਹਤਰ ਬਣਾ ਸਕਦਾ ਹੈ। ਅਤੇ ਇਹੋ ਹੀ ਗੱਲ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਸੀ ਕਿ ਮੈਨੂੰ ਇਹੀ ਗੱਲ ਮੇਰੇ ਗੁਰਦੇਵ ਪਿਤਾ ਜੀ ਨੇ ਪੂਰੀ ਤਰ੍ਹਾਂ ਸਮਝਾ ਰੱਖੀ ਹੈਗੀ। ਉਸ ਤੋਂ ਬਾਅਦ ਇੱਕ ਵਾਰ ਕੀ ਹੋਇਆ ਸੀਗਾ ਕਿ ਬਾਬਾ ਸ਼੍ਰੀ ਚੰਦ ਜੀ ਜਿਸ ਜਗ੍ਹਾ ਦੇ ਉੱਤੇ ਰਹਿੰਦੇ ਸੀਗੇ, ਪੋਖੋ ਕੋਈ ਪਿੰਡ, ਇਹ ਪਿੰਡ ਜਿਹੜਾ ਸੀ ਨਾ ਸਾਰਾ ਚੌਧਰੀਆਂ ਦਾ ਸੀਗਾ। ਅਤੇ ਇਸ ਚੌਧਰੀਆਂ ਦੇ ਪਿੰਡ ਦੇ ਵਿੱਚ ਇੱਕ ਚੌਧਰੀ ਜਿਹਦਾ ਨਾਂ ਸੀ ਅਦਿੱਤਾ ਰੰਧਾਵਾ, ਇਹ ਵੀ ਬੜਾ ਧਨਾੜ ਸੀ, ਪਰ ਧਨਾੜ ਹੋਣ ਦੇ ਬਾਵਜੂਦ ਵੀ ਰਾਏ ਬਲਾਰ ਵਾਂਗੂ ਇਹ ਵੀ ਜਿਹੜਾ ਸੀਗਾ ਬੜਾ ਨਿਮਰਤਾ 'ਚ ਰਹਿੰਦਾ ਸੀਗਾ, ਆਏ ਕੇ ਸਾਧੂ ਸੰਤਾਂ ਦੀ ਸੰਗਤ ਕਰਦਾ ਹੁੰਦਾ ਸੀ। ਅਤੇ ਇਸ ਅਦਿੱਤਾ ਰੰਧਾਵੇ ਦੇ ਪਾਸ ਇਹਦੇ ਕੁਛ ਮਿੱਤਰ ਸੀ। ਇੱਕ ਮਿੱਤਰ ਦਾ ਨਾਂ ਸੀਗਾ ਗੁਰਦਿੱਤਾ ਪੰਡਤ। ਉਹਨੇ ਜਾ ਕੇ ਰੰਧਾਵੇ ਦੇ ਪਾਸ ਗੁਰੂ ਨਾਨਕ ਸਾਹਿਬ ਜੀ ਦੇ ਸਪੁੱਤਰ ਦੀ ਬਾਬਾ ਸ਼੍ਰੀ ਚੰਦ ਦੀ ਉਪਮਾ ਕੀਤੀ ਸੀ। ਅਤੇ ਇਸੇ ਤਰ੍ਹਾਂ ਇਹਦੇ ਹੋਰ ਜਿਹੜੇ ਨਾਲ ਦੇ ਨਜ਼ਦੀਕੀ ਸਾਥੀ ਸੀਗੇ, ਉਹਨਾਂ ਨੇ ਵੀ ਜਾ ਕੇ ਦੱਸਿਆ ਸੀਗਾ, ਜਿਹਦੇ ਵਿੱਚੋਂ ਨੂਰਦੀਨ ਵੀ ਸੀਗਾ ਅਤੇ ਸ਼ਾਮਦਾਸ ਵੀ ਸੀਗਾ। ਇਹਨਾਂ ਨੇ ਜਾ ਕੇ ਅਦਿੱਤੇ ਰੰਧਾਵੇ ਨੂੰ ਇਹ ਦੱਸਿਆ ਸੀਗਾ ਕਿ ਬਾਬੇ ਨਾਨਕ ਦਾ ਜਿਹੜਾ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਆ, ਉਹ ਬਿਲਕੁਲ ਬਾਬੇ ਨਾਨਕ ਵਾਂਗੂ ਹੀ ਉਸ ਆਪਣੇ ਜੀਵਨ ਦਾ ਚਾਲ ਚੱਲਣ ਚੱਲ ਰਿਹਾ ਹੈਗਾ। ਹਾਂ, ਇਹ ਗੱਲ ਜ਼ਰੂਰ ਆ ਕਿ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਸਾਹਿਬ ਵਾਂਗੂ ਉਸ ਤਰ੍ਹਾਂ ਨਹੀਂ ਰਹਿੰਦੇ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਆਮ ਗ੍ਰਸਤ ਦੇ ਲੋਕਾਂ ਵਾਂਗੂ ਰਹਿੰਦੇ ਆ। ਬਾਬਾ ਸ਼੍ਰੀ ਚੰਦ ਜਿਹੜੇ ਆ ਥੋੜ੍ਹੇ ਮਸਤ ਮਲੰਗ ਹੈਗੇ ਆ, ਅਤੇ ਉਹਨਾਂ ਦਾ ਜਿਹੜਾ ਚਿਹਰਾ ਹੈਗਾ, ਉਹ ਚਿਹਰਾ ਜਿਹੜਾ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈਗਾ ਜਿਵੇਂ ਸ਼ਿਵ ਜੀ ਦਾ ਅਵਤਾਰ ਜਿਹੜਾ ਬਾਬਾ ਸ਼੍ਰੀ ਚੰਦ ਜੀ ਹੋਣ, ਕਿਉਂਕਿ ਉਹਨਾਂ ਦੇ ਇੱਕ ਸੱਜੇ ਕੰਨ ਦੇ ਵਿੱਚ ਜਿਹੜੀ ਮੁਦਰਾ ਹੈਗੀ ਉਹ ਇਸ ਗੱਲ ਦਾ ਸੰਕੇਤ ਹੈਗੀ ਆ। ਹਾਂ, ਪਰ ਇਹ ਗੱਲ ਹੈ ਕਿ ਸ਼ਿਵਾਂ ਜੀ ਦਾ ਜਿਹੜਾ ਚਿਹਰਾ ਹੈਗਾ, ਉਹ ਚਿਹਰਾ ਜਿਹੜਾ ਹੈਗਾ ਉਸ ਦੇ ਵਿੱਚ ਜਦ ਸ਼ਿਵ ਜੀ ਹੁਣਾਂ ਨੇ ਸਮੁੰਦਰ ਮੰਥਨ ਕੀਤਾ ਸੀਗਾ ਅਤੇ ਜਿਹੜੀ ਜ਼ਹਿਰ ਨਿਕਲੀ ਸੀ ਉਹ ਆਪਣੇ ਕੰਠ ਦੇ ਵਿੱਚ ਧਾਰਨ ਕਰ ਲਈ ਸੀ, ਪਰ ਬਾਬਾ ਸ਼੍ਰੀ ਚੰਦ ਜੀ ਦਾ ਜਿਹੜਾ ਚਿਹਰਾ ਹੈਗਾ ਉਹ ਗੋਰਾ ਅਤੇ ਗੱਲਾਂ ਜਿਹੜੀਆਂ ਉਹ ਗੁਲਾਬੀ ਹੈਗੀਆਂ। ਇਹ ਫਰਕ ਜ਼ਰੂਰ ਹੈਗਾ। ਜਦ ਇਸ ਤਰ੍ਹਾਂ ਦੇ ਬਚਨ ਜਿਹੜੇ ਸੀ ਇਹਨਾਂ ਨੇ ਅਦਿੱਤੇ ਰੰਧਾਵੇ ਦੇ ਪਾਸ ਕੀਤੇ ਸੀ। ਫਿਰ ਅਦਿੱਤੇ ਰੰਧਾਵੇ ਦੇ ਮਨ ਦੇ ਵਿੱਚ ਬੜਾ ਚਾਅ ਆਇਆ ਸੀਗਾ ਕਿ ਮੈਂ ਵੀ ਇਹਨਾਂ ਬਾਲਕਾਂ ਦੇ ਦਰਸ਼ਨ ਕਰਾਂ। ਉਸ ਤੋਂ ਬਾਅਦ ਫਿਰ ਅਦਿੱਤੇ ਰੰਧਾਵੇ ਨੇ ਮੂਲ ਚੰਦ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਜਿਹੜੇ ਸਹੁਰਾ ਸਾਹਿਬ ਸੀ, ਉਹਨਾਂ ਦੇ ਪਾਸ ਆਦਮੀ ਭੇਜੇ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਡੀ ਆ ਕੇ ਜ਼ਰੂਰ ਬੇਨਤੀ ਪ੍ਰਵਾਨ ਕਰੋ। ਉਸ ਤੋਂ ਬਾਅਦ ਜਦੋਂ ਮੂਲ ਚੰਦ ਜੀ ਜਿਹੜੇ ਸੀਗੇ ਇਹ ਇਸੇ ਹੀ ਇਲਾਕੇ 'ਚ ਪਟਵਾਰੀ ਲੱਗੇ ਹੁੰਦੇ ਸੀਗੇ, ਅਤੇ ਫਿਰ ਇਹ ਅਦਿੱਤੇ ਰੰਧਾਵੇ ਦੇ ਪਾਸ ਪਹੁੰਚੇ। ਜਦ ਇਹਨਾਂ ਦੇ ਪਾਸ ਪਹੁੰਚੇ ਫਿਰ ਅਦਿੱਤੇ ਰੰਧਾਵੇ ਨੇ ਮੂਲ ਚੰਦ ਜੀ ਦੇ ਪਾਸ ਜਾ ਕੇ ਇਹਨਾਂ ਦੋਨਾਂ ਬੱਚਿਆਂ ਦੇ ਦਰਸ਼ਨ ਕਰਨ ਦੀ ਜਿਹੜੀ ਕਾਮਨਾ ਸੀ ਅੰਦਰੋਂ ਪ੍ਰਗਟ ਕੀਤੀ। ਇਹ ਕਾਮਨਾ ਸੁਣ ਕੇ ਫਿਰ ਇਹ ਮੂਲ ਚੰਦ ਜੀ ਜਿਹੜੇ ਸੀਗੇ ਆਪਣੇ ਦੋਹਤਿਆਂ ਦੀ ਪ੍ਰਸੰਨਤਾ ਖੁਦ ਅਦਿੱਤੇ ਰੰਧਾਵੇ ਦੇ ਮੁਖ ਤੋਂ ਸੁਣ ਕੇ ਬੜੇ ਪ੍ਰਸੰਨ ਹੋਏ। ਫਿਰ ਅਗਲੇ ਹੀ ਦਿਨ ਫਿਰ ਮੂਲ ਚੰਦ ਜੀ ਬਾਬਾ ਸ਼੍ਰੀ ਚੰਦ ਜੀ ਨੂੰ ਅਤੇ ਆਪਣੀ ਲక్ష్ਮੀ ਦਾਸ ਇਹ ਦੋਨੇ ਦੋਹਤਰਿਆਂ ਨੂੰ ਨਾਲ ਲੈ ਕੇ ਜਦ ਅਦਿੱਤੇ ਰੰਧਾਵੇ ਦੇ ਘਰ ਪਹੁੰਚੇ ਸੀਗੇ ਤਾਂ ਬਹੁਤ ਸਾਰੇ ਜਿਹੜੇ ਲੋਕੀ ਸੀਗੇ ਜਾਂ ਅਦਿੱਤੇ ਰੰਧਾਵੇ ਦੇ ਪਰਿਵਾਰ ਮੈਂਬਰ ਸੀ, ਇਹਨਾਂ ਵਿੱਚ ਬੜੀ ਖੁਸ਼ੀ ਦੀ ਲਹਿਰ ਦੌੜ ਗਈ ਸੀ। ਇੱਕ ਸੁੰਦਰ ਪਲੰਘ ਜਿਹੜਾ ਸੀਗਾ ਉਹ ਜਿਹੜਾ ਵਿਛਿਆ ਹੋਇਆ ਸੀ, ਉਹਦੇ ਵਿੱਚ ਫਿਰ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਲక్ష్ਮੀ ਦਾਸ ਜੀ ਨੂੰ ਬਿਠਾਲਿਆ ਗਿਆ। ਅਦਿੱਤਾ ਰੰਧਾਵਾ ਜਿਹੜਾ ਸੀਗਾ ਆਪ ਹੇਠਾਂ ਦਰੀ 'ਤੇ ਬੈਠ ਗਿਆ। ਜਦ ਦਰੀ 'ਤੇ ਬੈਠਾ ਦੋਨਾਂ ਬੱਚਿਆਂ ਨੂੰ ਜਿਹੜਾ ਸੀਗਾ ਬੜੀ ਰੀਝ ਅਤੇ ਪਿਆਰ ਦੀ ਤੱਕਣੀ ਨਾਲ ਤੱਕਦਾ ਰਿਹਾ। ਬਸ ਜੋ ਦਰਸ਼ਨ ਉਹ ਮਨ 'ਚ ਚਾਹੁੰਦਾ ਸੀਗਾ, ਜੋ ਸੁਣਿਆ ਸੀ ਉਸੇ ਤਰ੍ਹਾਂ ਪ੍ਰਤੀਤ ਹੋਇਆ। ਅਤੇ ਇਹ ਵੀ ਪ੍ਰਤੀਤ ਹੋਇਆ ਕਿ ਬਾਬਾ ਸ਼੍ਰੀ ਚੰਦ ਜੀ ਜਿਹੜੇ ਆ ਉਹ ਸ਼ਿਵਾਂ ਦਾ ਰੂਪ ਆ, ਅਤੇ ਲక్ష్ਮੀ ਦਾਸ ਜੀ ਵੀ ਜਿਹੜੇ ਆ ਉਹ ਵੀ ਕਿਸੇ ਗੱਲੋਂ ਘੱਟ ਨਹੀਂ ਹੈਗੇ। ਅਤੇ ਇਹ ਇਸ ਤਰ੍ਹਾਂ ਸੇ ਹੈ ਜਿਵੇਂ ਸੂਰਜ ਅਤੇ ਚੰਦਰਮਾ ਹੋਵੇ। ਪਰ ਹਾਂ, ਇੱਕ ਗੱਲ ਜ਼ਰੂਰ ਆ ਕਿ ਜਿਹੜਾ ਚੰਦਰਮਾ ਉਹ ਸ਼ਿਵ ਜੀ ਦੇ ਮੱਥੇ ਦੇ ਮਸਤਕ ਦਾ ਸ਼ਿੰਗਾਰ ਬਣਿਆ, ਪਰ ਇੱਥੇ ਚੰਦਰਮਾ ਬਾਬਾ ਲక్ష్ਮੀ ਦਾਸ ਜੀ ਜਿਹੜੇ ਆ ਉਹ ਬਾਬਾ ਸ਼੍ਰੀ ਚੰਦ ਜੀ ਦੇ ਪਾਸ ਖੱਬੇ ਪਾਸੇ ਬੈਠੇ ਹੋਏ ਸ਼ੋਭਾ ਪਾ ਰਹੇ ਆ। ਜਦ ਇਸ ਤਰ੍ਹਾਂ ਦੇ ਦਰਸ਼ਨ ਜਿਹੜੇ ਸੀਗੇ ਅਦਿੱਤੇ ਰੰਧਾਵੇ ਨੇ ਕੀਤੇ, ਫਿਰ ਉਸਨੇ ਬਹੁਤ ਸਾਰੀਆਂ ਭਟਾਵਾਂ ਜਿਹੜੀਆਂ ਸੀਗੀਆਂ ਇਹਨਾਂ ਦੋਨਾਂ ਬੱਚਿਆਂ ਦੇ ਅੱਗੇ ਭੇਟ ਕੀਤੀਆਂ, ਅਤੇ ਬਹੁਤ ਖੁਸ਼ੀ ਦੇ ਨਾਲ ਜਿਹੜਾ ਸੀਗਾ ਇਹ ਸਾਰਾ ਦਰਸ਼ਨ ਦਾ ਜੋ ਪ੍ਰੋਗਰਾਮ ਸੀਗਾ ਇਸ ਤੋਂ ਪ੍ਰਭਾਵਿਤ ਹੋ ਗਏ। ਅਦਿੱਤੇ ਰੰਧਾਵੇ ਨੇ ਫਿਰ ਜਿਹੜਾ ਸੀ ਮੂਲ ਚੰਦ ਜੀ ਨੂੰ ਇਹ ਆਖਿਆ ਸੀਗਾ ਕਿ ਜਦੋਂ ਵੀ ਮੈਂ ਯਾਦ ਕਰਾਂ ਅਤੇ ਤੁਸੀਂ ਦੋਨੇ ਬੱਚਿਆਂ ਨੂੰ ਲੈ ਕੇ ਸਾਡੇ ਆਪਣੇ ਇਸ ਘਰ ਦੇ ਵਿੱਚ ਜ਼ਰੂਰ ਹਾਜ਼ਰ ਹੋਇਆ ਕਰੋ। ਅਤੇ ਉਸ ਤੋਂ ਬਾਅਦ ਫਿਰ ਮੂਲ ਚੰਦ ਜੀ ਨੇ ਹਾਂ ਕਰ ਦਿੱਤੀ ਸੀ। ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਦੀ ਜਿਹੜੀ ਸੋਭਾ ਸੀਗੀ ਉਹ ਦਿਨੋਂ ਦਿਨ ਜਿਹੜੀ ਸੀ ਉਹ ਵੱਧਦੀ ਗਈ। ਅਤੇ ਇਸ ਤਰ੍ਹਾਂ ਬਾਬਾ ਸ਼੍ਰੀ ਚੰਦ ਜੀ ਜਦ ਲੋਕਾਂ ਦੀਆਂ ਆਈਆਂ ਭੀੜਾਂ ਨੂੰ ਦੇਖ ਕੇ ਜ਼ਿਆਦਾ ਜਿਹੜੇ ਸੀਗੇ ਉਹਨਾਂ ਨੇ ਫਿਰ ਬਾਹਰ ਘੁੰਮਣਾ ਬੰਦ ਕਰ ਦਿੱਤਾ ਸੀਗਾ, ਅਤੇ ਕਿਤੇ ਇਕਾਂਤ ਜੰਗਲ ਦੇ ਵਿੱਚ ਸਮਾਧੀ 'ਚ ਰਹਿਣ ਲੱਗ ਪਏ ਸੀ। ਅਤੇ ਜਦ ਇਸ ਤਰ੍ਹਾਂ 2-3 ਦਿਨ ਸਮਾਧੀ 'ਚ ਬੈਠੇ ਰਹਿੰਦੇ ਸੀ, ਅਤੇ ਮਾਤਾ ਸੁਲੱਖਣੀ ਜੀ ਨੂੰ ਇਹਨਾਂ ਦੀ ਇਸ ਤਰ੍ਹਾਂ ਬਾਹਰ ਇਕਾਂਤ ਵਿੱਚ ਰਹਿਣ ਕਰਕੇ ਬੜੀ ਫਿਕਰ ਰਹਿੰਦੀ ਹੁੰਦੀ ਸੀ।
तो फिर एक दिन फिर माता सुलक्खणी जी ने खुद बाबा श्री चंद नूं आख्या सीगा कि अगर तुसीं समाधि दे विच रहना ही है, नाम जपना ही आ, तो तुहानूं बाहर एकांत विच जाण दी कोई लोड़ नहीं। मैं तुहानूं घर दे विच कमरा खाली कर दिंदी आ, उहदे विच बैठ के तुसीं समाधि लाया करो। जद ये गल होई सी, उस तो बाद फिर बाबा श्री चंद जी जिहड़े सीगे वो घर दे एकांत कमरे दे विच रहना उन्होंने शुरू कर दिता, तो उत्थे समाधि विच कई दिन जां कई रातां बैठे रहना। पर जद भी किते समा मिलना तो ये समा जिहड़ा सीगा बाबा श्री चंद जी जिहड़े सीगे वो विचार के ते भाई कमलियां जी नूं नाल लैके बाहर जिहड़े सी दूर एकांत च निकल जांदे सी, तो उत्थे जाके समाधि स्थिर हो जांदे सीगे। इस तरह बाबा श्री चंद जी जिहड़ी उपमा सीगी वो बहुत वधण लगी। तो एक बारी एक बिशन दास ब्राह्मण सीगा, उहदे मन दे विच भी चाह फुटी कि मैं बाबा श्री चंद जी के दर्शन करा, क्योंकि जिहड़ा बिशन दास ब्राह्मण सीगा है ना, ये काफ़ी विद्वान सी उन्हां समयां दे विच, बड़ा वेद शास्त्रां दा माहिर सीगा। तो इन्हें मन च सोचा कि मैं इस छोटे ਜਿਹੇ बच्चे ना जिहदी उम्र तकरीबन 10 ਕੁ साल की हैगी आ, मैं इस बच्चे नाल गोष्ठी करा। उस तो बाद फिर बिशन दास जी जिहड़े सी जद दर्शन करन वास्ते बाबा श्री चंद जी दे नाल पहुंचे सीगे उन्हां समयां दे विच, फिर उन्होंने जिहड़े सीगे ये सवाल खड़े शुरू कर दिते। उन्होंने पहला सवाल ये कीता सीगा कि रब एक है कि दो। जद इन्नी गल होई सी तो फिर बाबा श्री चंद जी मुस्करा पे सी। वो कहण लगे कि तुसीं इन्ने शास्त्र वेद सारी घोखे आ, उहदे विच की दस्सिया हैगा कि रब एक है कि दो। जद इन्नी गल होई तो फिर ये बिशन दास जिहड़ा सीगा थोड़ा शर्मिंदा हो गया। वो कहण लगा कि वेदां शास्त्रां विच तां एक दा ही जिक्र कीता। तो फिर बाबा श्री चंद जी कहण लगे असीं किहड़ा तैनूं आखदे हां कि रब दो हैगे आ, रब तां इक्को ही आ, पर उहदे दो रूप आ, एक निर्गुण है एक सरगुण है। जद ये जिहड़ा सीगा जवाब बाबा श्री चंद जी ने दिता सीगा, ये बिशन दास जिहड़ा पंडित सीगा विद्वान सी, बड़ा हैरान हो गया सीगा। फिर उसने दूजा सवाल किया कि जिहड़ा रब हैगा जे ये दो रूपों के विच हैगा, तो मैं तो सुनिया हैगा कि कई रंगा रूपों से खेडदा है, ये किस तरह खेडदा है। तो फिर बिशन दास जी नूं बाबा श्री चंद ने जवाब दिता भी जिमें एक मकान जिहड़ा लकड़ दा बनिया है, उहदियां स्तीरियां लकड़ दियां, बाले लकड़ दे, खिड़कियां दरवाजे लकड़ दे हैगे, पर हरेक दा रूप भावां अलग अलग है, पर रूप अलग अलग हुंदे वो अलग अलग रंगां दे नाल जाणी जांदी आ। पर हाँ इस तरह परमेश्वर है, परमेश्वर तां इक्को ही आ, पर वो जदों ਵੱਖ-ਵੱਖ रूपां 'ਚ खेडदा हैगा तो वह फिर ਵੱਖ-ਵੱਖ रंगां ते नामां दे नाल जाणिया जांदा हैगा। जस इस तरह के गुझे जिहड़े प्रश्न सीगे ये बिशन दास ने सुने, तो फिर वो बाबा श्री चंद जी के पैरीं पै गया। जब पैरीं पै गया तो इन्हां तो फिर असीस लैके जिहड़ा सी बिशन दास जिहड़ा सीगा उत्थों फिर चलदा होया। इस तरह ना बाबा श्री चंद की उम्र तकरीबन जब 10 ਕੁ साल की हो गई, तो धन गुरु नानक साहब गया नूं भी तकरीबन 80 ਵਿੱਚ 3 साल हो गए। तो उधरों तलवंडी दे विच धन गुरु नानक साहब महाराज के पिता बाबा कल्याण चंद जी जिहड़े सीगे उन्हां दे मन दे विच बड़ी उमंग हुई कि मूल चंद जी ने मेरे पुत्र नानक नूं बाहर जाण तो नहीं रोकिया। तो दूसरी गल ये आ कि मैनूं काफ़ी समा हो गया ना तो मैं अपनी नौं राणी माता सुलक्खणी जी के दर्शन किए, ना अपने ये जिहड़े पोतरे आ उन्हां नूं मिल सकिया। इस करके होमा ना कि मैं भुख हो के पहुँचा तो जाके अपनी नौं ते अपने दोने पोतरिਆਂ नूं नाल लैके तलवंडी आवां। ये सोच के है ना फिर बाबा कल्याण चंद जी जिहड़े सीगे ये भुख हो के पहुँचे। जद भुख हो के अपने कुड़मां दे घर गए तो इन्हां नूं दा आया देख के माता सुलक्खणी जी बहुत प्रसन्न होए। इन्हां ने दौड़ के जाके बाबा कल्याण चंद जी दे पैरीं हत्थ लाया। जद जाके मत्था टेकिया पैरीं हत्थ लाया, एक सुंदर पलंग विछाया, उहदे उत्ते फिर बाबा कल्याण चंद जी नूं जद बिठाया। तो उस तो बाद फिर मूल चंद जी नूं जद खबर हुई वो भी घर दे विच आके पहुँचे। बहुत कुशल मंगल होया, एक दूजे दे नाल विचारां होईयां ते ये विचारां ज़्यादातर धन गुरु नानक साहब दे प्रति होईयां। जिस विचारां दे विच फिर बाबा कल्याण चंद जी ने भाई मूल चंद जी नूं ये आख्या कि तुसीं नानक नूं बाहर जाण तो क्यों नहीं रोकिया। पर मूल चंद जी ने आख्या कि मैं तो बहुत कोशिश की। तो फिर मूल चंद दे घरों माता चंदो राणी जी ने भी आख्या कि मैं तो सोचा सका कि नानक घर आवेगा, पर वो अपनी जिद दा पक्का रहा हैगा। इस करके साढ़े लख समझाउण दे उत्ते भी नहीं मन्निया। तो इस करके मैनूं लगदा हैगा कि वो अपना जो कारज लीक के गया हैगा जब तक वो पूरा नहीं हुंदा वो वापस नहीं आउंदा। जद इस तरह दीयां विचारां होईयां तो फिर बाबा मूल चंद जी नूं फिर बाबा कल्याण चंद जी ने ये आख्या कि कोई गल नहीं, बाबा तो फिर बाहर गया ही है, नानक तो बाहर गया ही आ, ते तुसीं इस तरह करो साडे परिवार दे विच
ਮਾਤਾ ਤ੍ਰਿਪਤਾ ਜੀ ਦਾ ਉਹਨਾਂ ਨੇ ਨਾਂ ਲੈਂਦਿਆਂ ਆਖਿਆ ਕਿ ਉਹ ਕਾਫੀ ਉਦਾਸ ਰਹਿੰਦੇ ਆ। ਉਹ ਚਾਹੁੰਦੇ ਆ ਕਿ ਮੇਰੀ ਨੌਂ ਰਾਣੀ ਜੀ ਜਿਹੜੇ ਆ ਉਹ ਤਲਵੰਡੀ ਵਿਖੇ ਪਹੁੰਚਣ ਅਤੇ ਮੈਂ ਆਪਣੇ ਪੋਤਰਿਆਂ ਨੂੰ ਨਾਲ ਲੈ ਕੇ ਘਰ ਦੇ ਵਿੱਚ ਕੁਛ ਚਿਰ ਜਿਹੜਾ ਇਹਨਾਂ ਦੇ ਮੂੰਹ ਦੇਖ ਸਕਾਂ, ਇਹਨਾਂ ਦੇ ਜੋ ਘਰ ਦੇ ਵਿੱਚ ਰਹਿਣ ਦੇ ਤਰੀਕੇ ਗ੍ਰਸਤ ਦੇ ਹੈਗੇ ਆ ਦੁਨੀਆਦਾਰੀ ਦੇ ਵਿੱਚ, ਕਿ ਕਿਵੇਂ ਜਿਹੜੀਆਂ ਨੌਹਾਂ ਹੈਗੀਆਂ ਉਹ ਘਰ 'ਚ ਰਹਿੰਦੀਆਂ ਹੈ ਪੇਕਿਆਂ ਦੀ ਬਜਾਏ, ਅਤੇ ਮੈਂ ਵੀ 4 ਦਿਨ ਆਪਣੀ ਨੌਂ ਰਾਣੀ ਦਾ ਜਿਹੜਾ ਸੁੱਖ ਘਰ 'ਚ ਮਾਣ ਸਕਾਂ। ਜਦ ਇਸ ਤਰ੍ਹਾਂ ਦੀਆਂ ਵਿਚਾਰਾਂ ਹੋਈਆਂ ਸੀ, ਫਿਰ ਮਾਤਾ ਚੰਦੂ ਰਾਣੀ ਨੇ ਆਖਿਆ ਸੀਗਾ ਕਿ ਦੇਖੋ ਆਪਣੀ ਜਿੱਦ ਕਰਕੇ ਨਾਨਕ ਦਾ ਬਾਹਰ ਚਲਾ ਗਿਆ ਹੈਗਾ, ਪਰ ਹਾਂ ਸਾਡੀ ਵੀ ਜਿੱਦ ਹੈਗੀ ਆ ਕਿ ਸੁਲੱਖਣੀ ਤਾਂ ਸਾਡੇ ਪਾਸ ਹੀ ਰਹੇਗੀ, ਪਰ ਹਾਂ ਅਗਰ ਤੁਸੀਂ ਚਾਹੁੰਦੇ ਆ ਇਹਨਾਂ ਦੋਨਾਂ ਪੁੱਤਰਿਆਂ ਨੂੰ ਤੁਸੀਂ ਲਿਜਾ ਸਕਦੇ ਹੈਗੇ ਆ, ਪਰ ਹਾਂ ਉਹ ਵੀ ਇਸ ਵਚਨ 'ਤੇ ਕਿ ਤੁਸੀਂ ਛੇਤੀ ਇਹਨਾਂ ਨੂੰ ਵਾਪਸ ਪੱਖੋਂ ਕੀ ਛੱਡ ਆਓਗੇ। ਜਦ ਇਹ ਗੱਲ ਹੋਈ ਸੀ, ਫਿਰ ਬਾਬਾ ਕਲਿਆਣ ਚੰਦ ਜੀ ਜਿਹੜੇ ਸੀਗੇ ਉਹ ਕਹਿਣ ਲੱਗੇ ਚਲੋ ਠੀਕ ਹੈ, ਜਦ ਨਾਨਕ ਆਏਗਾ ਅਤੇ ਉਹ ਆਪ ਸੁਲੱਖਣੀ ਨੂੰ ਲੈ ਕੇ ਤਲਵੰਡੀ ਪਹੁੰਚੇਗਾ, ਤਦ ਤੱਕ ਮੈਂ ਆਪਣੇ ਦੋਨੇ ਪੁੱਤਰਿਆਂ ਨੂੰ ਨਾਲ ਲੈ ਕੇ ਤਲਵੰਡੀ ਪਹੁੰਚ ਜਾਂਦਾ ਹਾਂ। ਉਸ ਤੋਂ ਬਾਅਦ ਦੇਖੋ ਫਿਰ ਬਾਬਾ ਕਲਿਆਣ ਚੰਦ ਜੀ ਜਿਹੜੇ ਸੀ, ਬਾਬਾ ਸ਼੍ਰੀ ਚੰਦ ਜੀ ਨੂੰ ਅਤੇ ਬਾਬਾ ਲਖਮੀ ਦਾਸ ਦੋਨਾਂ ਨੂੰ ਆਪਣੇ ਮੋਢਿਆਂ 'ਤੇ ਚੱਕ ਕੇ ਫਿਰ ਆਪ ਤਲਵੰਡੀ ਪਹੁੰਚੇ ਸੀ। ਜਦ ਇਹਨਾਂ ਦਾ ਜਿਹੜਾ ਸੀ ਆਉਣਾ ਉੱਥੇ ਤਲਵੰਡੀ ਦੇ ਲੋਕਾਂ ਨੇ ਸੁਣਿਆ ਸੀਗਾ, ਉੱਥੇ ਬੜੀ ਖੁਸ਼ੀ ਦੀ ਲਹਿਰ ਦੌੜ ਗਈ ਸੀ, ਔਰ ਖ਼ਾਸ ਕਰਕੇ ਰਾਏ ਬੁਲਾਰ ਤਾਂ ਅਤ ਪ੍ਰਸੰਨ ਹੋਏ ਸੀ ਕਿ ਬਾਬੇ ਨਾਨਕ ਦੇ ਫਰਜ਼ੰਦ ਜਿਹੜੇ ਆ ਅੱਜ ਤਲਵੰਡੀ ਨੂੰ ਭਾਗ ਲਾਉਣਗੇ। ਜਦੋਂ ਬਾਬਾ ਸ਼੍ਰੀ ਚੰਦ ਜੀ ਜਿਹੜੇ ਸੀਗੇ ਅਤੇ ਬਾਬਾ ਲਖਮੀ ਦਾਸ ਜਦ ਆਪਣੇ ਘਰ ਤਲਵੰਡੀ ਪਹੁੰਚੇ ਸੀ, ਅਤੇ ਮਾਤਾ ਤ੍ਰਿਪਤਾ ਜੀ ਇਹਨਾਂ ਨੂੰ ਦੇਖਦਿਆਂ ਸਾਰ ਹੀ ਉਹਨਾਂ ਦੇ ਅੰਦਰ ਬਹੁਤ ਖੁਸ਼ੀ ਦਾ ਉਲਾਸ ਉਸ ਟਾਈਮ ਪੈਦਾ ਹੋਇਆ ਸੀਗਾ, ਅਤੇ ਉਹਨਾਂ ਨੇ ਦੋਨਾਂ ਨੂੰ ਜਾ ਕੇ ਦੋਨੇ ਪੋਤਰਿਆਂ ਨੂੰ ਆਪਣੀ ਗਲਬਕੜੀ 'ਚ ਲਿਆ ਅਤੇ ਦੋਨਾਂ ਦਾ ਮੂੰਹ ਮੱਥਾ ਚੁੰਮਿਆ। ਉਸ ਤੋਂ ਬਾਅਦ ਇੱਕ ਸੁੰਦਰ ਪਲੰਘ 'ਤੇ ਬਿਠਾਇਆ। ਉਸ ਤੋਂ ਬਾਅਦ ਫਿਰ ਇਹਨਾਂ ਦੋਨਾਂ ਨੂੰ ਬਾਬਾ ਸ਼੍ਰੀ ਚੰਦ ਤੇ ਲਖਮੀ ਦਾਸ ਨੂੰ ਇੱਕ ਸਾਥ ਜਿਹੜਾ ਸੀਗਾ ਇਸ਼ਨਾਨ ਕਰਾਇਆ, ਸੁੰਦਰ ਕੱਪੜੇ ਪਹਿਨਾਏ, ਫਿਰ ਬੜੇ ਪਿਆਰ ਦੇ ਨਾਲ ਮਾਤਾ ਤ੍ਰਿਪਤਾ ਜੀ ਨੇ ਭੋਜਨ ਛਕਾਇਆ। ਇਸ ਤਰ੍ਹਾਂ ਫਿਰ ਬਾਬਾ ਸ਼੍ਰੀ ਚੰਦ ਜੀ ਜਦ ਘਰ 'ਚ ਪਹੁੰਚੇ, ਬਹੁਤ ਸਾਰੇ ਲੋਕਾਂ ਦੀ ਭੀੜ ਜੁੜ ਗਈ। ਉਹ ਸਭ ਦੇ ਮਨ ਦੇ ਵਿੱਚ ਇਹੋ ਹੀ ਸੀ ਕਿ ਨਾਨਕ ਤਾਂ ਗਿਆ ਨੂੰ ਕਈ ਸਾਲ ਹੋ ਗਏ ਦਰਸ਼ਨ ਕੀਤਿਆਂ ਨੂੰ, ਪਰ ਉਹਨਾਂ ਦੇ ਦੋਨੇ ਜਿਹੜੇ ਸੁਪੁੱਤਰ ਆ ਬਾਬਾ ਸ਼੍ਰੀ ਚੰਦ ਜੀ ਲਖਮੀ ਦਾਸ ਉਹ ਤਲਵੰਡੀ ਪਹੁੰਚੇ ਆ, ਅਤੇ ਇਹਨਾਂ ਦੇ ਦਰਸ਼ਨ ਦੀਦਾਰੇ ਕਰਕੇ ਔਰ ਖ਼ਾਸ ਕਰਕੇ ਬਾਬਾ ਸ਼੍ਰੀ ਚੰਦ ਜੀ ਦੇ ਦਰਸ਼ਨ ਕਰਕੇ ਤਾਂ ਆਮ ਲੋਕਾਂ ਦੇ ਵਿੱਚ ਇਹ ਹੀ ਗੱਲ ਮਨ 'ਚ ਬੈਠਦੀ ਸੀ ਕਿ ਇਸ ਤਰ੍ਹਾਂ ਲੱਗਦਾ ਹੈਗਾ ਜਿਵੇਂ ਸ਼ਿਵ ਭਗਵਾਨ ਇਸ ਘਰ ਦੇ ਵਿੱਚ ਆ ਕੇ ਇੱਕ ਨਵੀਂ ਕਿਰਨ, ਇੱਕ ਨਵੀਂ ਆਸ, ਇੱਕ ਨਵਾਂ ਉਮੰਗ, ਸਾਹਸ, ਉਲਾਸ ਇਹ ਆਦਿਕ ਜਿਹੜੇ ਆ ਉਹ ਲੱਖ ਖੁਸ਼ੀਆਂ, ਲੱਖ ਪਾਤਸ਼ਾਹੀਆਂ ਦੇ ਗੁਣ ਇਕੱਠੇ ਕਰਕੇ ਇਸ ਤਲਵੰਡੀ ਨੂੰ ਸਾਰੇ ਭਾਗ ਲਾਉਣ ਵਾਸਤੇ ਪਹੁੰਚੇ ਹੋਏ ਆ। ਉਸ ਤੋਂ ਬਾਅਦ ਦੇਖੋ ਫਿਰ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਦੇ ਨਾਲ ਭਾਈ ਕਮਲੀਆ ਜੀ ਚੇਤੇ ਤੌਰ ਦੇ ਉੱਤੇ ਜਿਹੜੇ ਸੀਗੇ ਉਹ ਮੂਲ ਚੰਦ ਜੀ ਨੇ ਭੇਜੇ ਹੁੰਦੇ ਸੀ, ਅਤੇ ਫਿਰ 1 ਸਾਲ ਬਾਬਾ ਸ਼੍ਰੀ ਚੰਦ ਜੀ ਦੇ ਲਖਮੀ ਦਾਸ ਜਿਹੜੇ ਸੀਗੇ ਉਹ ਤਲਵੰਡੀ ਦੇ ਵਿਖੇ ਜਿਹੜੇ ਸੀ ਉਹ ਰਹੇ ਆ, ਅਤੇ ਇੱਥੇ ਤਲਵੰਡੀ ਦੇ ਜਿਹੜੇ ਲੋਕੀ ਸੀ ਉਹਨਾਂ ਦੇ ਕਈ ਤਰ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਜਿਹੜੇ ਸੀਗੇ ਜਦੋਂ ਬਾਬਾ ਸ਼੍ਰੀ ਚੰਦ ਜੀ ਸੁਣ ਦਿੰਦੇ ਹੁੰਦੇ ਸੀ, ਅਤੇ ਤਲਵੰਡੀ ਦੇ ਲੋਕੀ ਜਿਹੜੇ ਸੀਗੇ ਉਹ ਇਹੀ ਕਹਿੰਦੇ ਸੀ ਕਿ ਬਾਬਾ ਸ਼੍ਰੀ ਚੰਦ ਜੀ ਗੁਰੂ ਨਾਨਕ ਦੀ ਮੂਰਤ ਹੈ, ਅਤੇ ਜੋ ਵੀ ਪ੍ਰਸ਼ਨ ਜਾਂ ਜੋ ਵੀ ਅਸੀਂ ਮਨ ਦੇ ਵਿੱਚ ਆਪਣੀ ਉਮੰਗ ਲੈ ਕੇ ਜਾਂਦੇ ਆ, ਬਾਬਾ ਸ਼੍ਰੀ ਚੰਦ ਜੀ ਬਿਨਾਂ ਬੋਲਣ ਤੋਂ ਉਹਨਾਂ ਸਵਾਲਾਂ ਦੇ ਜਵਾਬ ਦੇ ਦਿੰਦੇ ਆ। ਸੋ ਐਸੇ ਸ਼ਕਤੀਆਂ ਦੇ ਮਾਲਕ ਆ ਬਾਬਾ ਸ਼੍ਰੀ ਚੰਦ ਜੀ ਬਚਪਨ ਦੇ ਵਿੱਚ। ਇਸ ਤਰ੍ਹਾਂ 1 ਸਾਲ ਆਪਣੇ ਘਰ ਤਲਵੰਡੀ ਵਿਖੇ ਬਾਬਾ ਕਲਿਆਣ ਚੰਦ ਜੀ ਅਤੇ ਮਾਤਾ ਤ੍ਰਿਪਤਾ ਜੀ ਅਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਾਚਾ ਜੀ ਬਾਬਾ ਲਾਲ ਚੰਦ ਜੀ ਇਹਨਾਂ ਸਾਰੇ ਪਰਿਵਾਰਾਂ ਵਿੱਚ ਰਹਿੰਦਿਆਂ ਹੋਇਆਂ, ਖੁਸ਼ੀਆਂ ਮਨਾਉਂਦਿਆਂ ਹੋਇਆਂ 1 ਸਾਲ ਤੋਂ ਬਾਅਦ ਫਿਰ ਜਿਹੜੇ ਸੀ ਮੂਲ ਚੰਦ ਜੀ ਪੱਖੋ ਕੋ ਪਿੰਡ ਤੋਂ ਬਾਬਾ ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਨੂੰ ਲੈਣ ਵਾਸਤੇ ਤਲਵੰਡੀ ਪਹੁੰਚੇ ਸੀਗੇ, ਅਤੇ ਕੁਛ ਦਿਨ ਫਿਰ ਇੱਥੇ ਰਹਿ ਕੇ ਫਿਰ ਦੋਨਾਂ ਆਪਣੇ ਦੋਤਰੇ ਨੂੰ ਨਾਲ ਲੈ ਕੇ ਦੁਬਾਰਾ ਪੱਖੋ ਕੀ ਫਿਰ ਮਾਤਾ ਸੁਲੱਖਣੀ ਜੀ ਦੇ ਪਾਸ ਪਹੁੰਚ ਗਏ ਸੀ। ਸੋ ਦਾਸ ਉਹਨਾਂ ਦੇ ਇੰਨੇ ਹੀ ਹਜੇ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।